नानक दे कर हथ। जब लो नहीं भाग लिलार उदह, तब लो प्रम ते फिरते बहुतायो। कल घोर समुंदर में बूढ़त थे, कल घोर समुंदर में बूढ़त थे। कबहू मिट है नहीं रे पछतायो। तत विचार यह मथुरा, तत विचार यह मथुरा। जग तारन कहो अवतार बनायो। जपियो जिन अर्जन देव गुरु, फिर संकट जोन गर्भ ना आयो। जपियो जिन अर्जुन देव गुरु, फिर संकट जोन गर्भ ना आयो। तरन गगन नवखंड में, जोत स्वरूपी रहियो पर। अन मथुरा कछ भेद नहीं, गुरु अर्जन प्रतख हर। अन मथुरा कछ भेद नहीं, गुरु अर्जन प्रतख हर। तेरे कवन कवन गुण कह गावा, तू साहिब गुणी निधाना। तुम्हारी महिमा बरन ना सकूं, तू ठाकुर ऊच भगवाना। तुम्हारी महिमा बरन न सकूं, तू ठाकुर ऊच भगवाना। जुगो जुग अटल सतगुरु गुरगद्दी ते सुभाईमान दसां पातशाहियां दी जोत सतगुरु ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਰਾਤਰੀ ਦੇ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ। ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਦਰਬਾਰ ਵਿਖੇ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਮਿਲਿਆ। ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਇਲਾਹੀ ਸਾਚੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਬਹੁਤ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਇਹ ਘੜੀਆਂ ਸਫਲ ਬਣਾਈਆਂ ਹਨ। ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ
ਅੰਮ੍ਰਿਤਮਈ ਸ਼ਲੋਕ ਰੂਪ ਬਚਨ ਵਿਚਾਰੀਏ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ। ਅਦਬ ਸਹਿਤ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸ਼ਲੋਕ ਆਪ ਜੀ ਰੋਜ਼ਾਨਾ ਵਿਚਾਰ ਸਹਿਤ ਸ਼ਰਵਣ ਕਰਦੇ ਹੋ ਔਰ ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਕੁੱਲ ਸ਼ਲੋਕ ਹਨ 243, ਜਿਨ੍ਹਾਂ 'ਚੋਂ 234 ਸ਼ਲੋਕਾਂ ਤੱਕ ਦੀ ਵਿਚਾਰ ਦੀ ਸਾਂਝ ਪਿਛਲੇਰਿਆਂ ਦੀਵਾਨਾਂ 'ਚ ਲੜੀਵਾਰ ਕੀਤੀ ਗਈ ਹੈ। ਆਪ ਜੀ ਨੇ ਬੜੇ ਪਿਆਰ ਸਹਿਤ ਪਾਵਨ ਵਿਚਾਰਾਂ ਦਾ ਆਨੰਦ ਮਾਣਿਆ ਹੈ ਔਰ ਇਸ ਤੋਂ ਅਗਲੇਰੇ ਬਚਨ ਅੱਜ ਦੇ ਦੀਵਾਨਾਂ 'ਚ ਆਪਾਂ ਮਿੱਥੇ ਹੋਏ ਸਮੇਂ 'ਚ ਜਿੰਨੀ ਸਤਿਗੁਰੂ ਰਹਿਮਤ ਕਰਕੇ ਤੁਰੁੱਠ ਕੇ ਸੇਵਾ ਲੈਣਗੇ ਉਹਦੇ ਮੁਤਾਬਕ ਵਿਚਾਰ ਦੀ ਸਾਂਝ ਪਾਵਾਂਗੇ। ਭਗਤ ਕਬੀਰ ਸਾਹਿਬ ਜੀ ਦੇ ਜਿਸ ਸ਼ਲੋਕ ਤੋਂ ਕੱਲ੍ਹ ਅਸੀਂ ਵਿਚਾਰ ਨੂੰ ਸੰਕੋਚਿਆ ਸੀ 234 ਨੰਬਰ ਸ਼ਲੋਕ, ਇਹ 234, 35 ਅਤੇ 236 ਨੰਬਰ ਇਹ ਜਿਹੜੇ 3 ਸ਼ਲੋਕ ਹਨ, ਇਹਨਾਂ ਤਿੰਨਾਂ ਸ਼ਲੋਕਾਂ 'ਚ ਭਗਤ ਜੀ ਨੇ ਇੱਕ ਲੜੀ 'ਚ ਵਿਚਾਰ ਦਿੱਤੇ ਹਨ। ਪ੍ਰਥਮ ਗੱਲ ਉਹਨਾਂ ਨੇ ਕੀਤੀ ਕਿ ਸੱਜਣ ਵਾਹਿਗੁਰੂ ਨੂੰ ਹਿਰਦੇ 'ਚ ਅਸੀਂ ਵਸਾਇਆ ਹੈ ਅਤੇ ਹੁਣ ਜਦੋਂ ਮਾਲਕ ਹਿਰਦੇ 'ਚ ਵਸ ਗਿਆ, ਬੁਰਾਈਆਂ ਵਾਲੇ ਪਾਸਿਓਂ, ਵਿਕਾਰਾਂ ਵਾਲੇ ਪਾਸਿਓਂ ਅਸੀਂ ਆਪਣੀਆਂ ਅੱਖਾਂ ਮੋੜ ਲਈਆਂ ਨੇ, ਝੁਕਾ ਲਈਆਂ ਹਨ ਅਤੇ ਹੁਣ ਸਾਨੂੰ ਇਹ ਬਾਹਰ ਦੇ ਕੋਈ ਵਿਕਾਰਾਂ ਦੇ ਰਸਾਂ ਦਾ ਕੋਈ ਚਸਕਾ ਨਹੀਂ ਹੈ। ਹੁਣ ਤਾਂ ਵਾਹਿਗੁਰੂ ਜੀ ਦੇ ਮਿਲਾਪ ਦਾ ਆਨੰਦ ਹੈ, ਰਸ ਹੈ ਅਤੇ ਉਸੇ ਮਿਲਾਪ ਦੇ ਵਿੱਚ ਹੀ ਸਾਰੇ ਦੇ ਸਾਰੇ ਸੁੱਖ ਹਨ, ਕਿਉਂਕਿ ਸੁੱਖ ਦਾਤਾ ਮਿਲ ਗਿਆ ਅਤੇ ਜਦੋਂ ਸੁੱਖਾਂ ਦਾ ਦਾਤਾ ਹੀ ਮਿਲ ਗਿਆ ਅਤੇ ਫਿਰ ਵਿਕਾਰਾਂ 'ਚੋਂ ਕੋਈ ਸੁੱਖ ਲੱਭਣ ਦੀ ਖੁਆਇਸ਼ ਮਨ 'ਚ ਰੱਖਣੀ, ਕੋਈ ਦੁਨੀਆ ਦੇ ਪਦਾਰਥਾਂ 'ਚੋਂ, ਭੋਗਾਂ 'ਚੋਂ, ਮਾਇਆ 'ਚੋਂ ਸੁੱਖ ਆਨੰਦ ਲੱਭਣ ਦੀ ਖੁਆਇਸ਼ ਰੱਖਣੀ ਇੱਕ ਅਗਿਆਨਤਾ ਹੈ। ਕਿਉਂਕਿ ਜਿਹੜਾ ਜੀਵ ਪਰਮ ਆਨੰਦ 'ਤੇ ਪਹੁੰਚ ਗਿਆ, ਪਰਮ ਰਸ 'ਚ ਪਹੁੰਚ ਗਿਆ, ਉਹਦੇ ਲਈ ਫਿਰ ਦੁਨੀਆ ਦੇ ਰਸ, ਪਦਾਰਥਾਂ ਦੇ ਰਸ, ਹੋਸ਼ੇ ਰਸ, ਫਿੱਕੇ ਰਸ ਬਣ ਜਾਂਦੇ ਹਨ। ਜਿਹੜਾ ਪਰਮ ਰਸ 'ਚ ਪਹੁੰਚ ਗਿਆ, ਇਹਨੂੰ ਮਹਾਰਾਜ ਨੇ ਬਾਣੀ 'ਚ ਇੱਦਾਂ ਵੀ ਵਰਣਨ ਕੀਤਾ ਹੈ, ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾਂ ਸਭ ਹੋਛੇ ਰੇ। ਮਹਾਰਾਜ ਕਹਿੰਦੇ ਉਹ ਜਿਹੜਾ ਰੱਬ ਦੇ ਨਾਮ ਪਿਆਰ ਰੰਗ ਦੇ ਵਿੱਚ ਮਸਤ ਮਤਵਾਰਾ ਹੈ, ਗੁਰਮੁਖ ਜਨ, ਭਗਤ ਜਨ, ਉਹਨੇ ਹੁਣ ਉਸ ਪਰਮ ਰਸ ਪਰਮੇਸ਼ਰ ਦੇ ਮਿਲਾਪ ਦਾ ਰਸ ਹਾਸਲ ਕਰ ਲਿਆ ਹੈ। ਹੁਣ ਉਹਦੇ ਲਈ ਆਨ ਰਸਾਂ ਸਭ ਹੋਛੇ ਰੇ। ਜਿਵੇਂ ਅਸੀਂ ਕੋਈ ਬਹੁਤ ਮਿੱਠੀ ਚੀਜ਼ ਖਾਈਏ, ਕੋਈ ਮਠਿਆਈ ਖਾਈਏ, ਉਦੋਂ ਬਾਅਦ ਚਾਹ ਦਾ ਘੁੱਟ ਭਰਦੇ ਹਾਂ ਅਤੇ ਉਹ ਸਾਨੂੰ ਫਿਰ ਫਿੱਕੀ ਲੱਗਦੀ ਹੈ। ਹਾਲਾਂਕਿ ਉਹ ਫਿੱਕੀ ਹੁੰਦੀ ਨਹੀਂ ਹੈ, ਮਿੱਠਾ ਤਾਂ ਹੈ, ਪਰ ਕਿਉਂਕਿ ਉਦੋਂ ਜ਼ਿਆਦਾ ਮਾਤਰਾ 'ਚ ਪਹਿਲਾਂ ਅਸੀਂ ਮਿੱਠਾ ਖਾ ਚੁੱਕੇ ਹਾਂ, ਜ਼ੁਬਾਨ 'ਤੇ ਉਸ ਮਿੱਠੇ ਦਾ ਰਸ ਹੈ, ਅਸਰ ਹੈ, ਪ੍ਰਭਾਵ ਹੈ। ਹੁਣ ਉਦੋਂ ਘੱਟ ਮਾਤਰਾ ਵਾਲਾ ਜਿਹੜਾ ਮਿੱਠਾ ਪਦਾਰਥ ਹੈ ਉਹ ਮਿੱਠਾ ਹੋਣ ਦੇ ਬਾਵਜੂਦ ਮਿੱਠਾ ਨਹੀਂ ਲੱਗ ਰਿਹਾ ਹੈ, ਕਿਉਂਕਿ ਉਦੋਂ ਵੱਡਾ ਬਹੁਤਾ ਮਿਠਾਸ ਵਾਲਾ ਪਦਾਰਥ ਅਸੀਂ ਖਾ ਚੁੱਕੇ ਹਾਂ। ਇਸੇ ਤਰ੍ਹਾਂ ਉਹ ਖੇਡ ਹੈ। ਸਾਈ ਮਹੀਜਾ ਇਠੜਾ, ਅੰਬ ਅੱਬੇ ਥਾਵੋਂ ਮਿੱਠੜਾ। ਹੁਣ ਵੇਖੋ, ਹਰ ਇੱਕ ਔਲਾਦ ਦਾ ਮਾਂ ਦੇ ਨਾਲ, ਪਿਤਾ ਦੇ ਨਾਲ ਇੱਕ ਅਤਿਅੰਤ ਪਿਆਰ ਹੈ, ਨੇਹ ਹੈ, ਸਨੇਹ ਹੈ।
पर असी इतिहास चों कुछ घटनावां वेंदे हां जिथे जाके किसी ने कह दिता, नहीं ना हो तेरा पुंगड़ा ना तू मेरी माए। नामदेव भगत नूं जिस वक्त कुछ जालम लोग, भगती दे विरोधी लोग तसीहे देंदे हन। फर्क किन्ना किसी के राम राम कहना छड्ड दे ते खुदा खुदा कह, क्योंकि हकूमत सी उन्हां लोगां दी जिहड़े समझदे सन केवल खुदा ही परमात्मा दा नाम है, बाकी नाम झूठे ने। अल्लाह कहो खुदा कहो कोई इतराज़ नहीं, उहदे तो बिना होर कोई नाम लैंदे हो ते फिर उन्हां नूं इतराज़ है। अज दे समय च दौर बदलिया है। हुण की होया, भगत नामदेव साहब कहण लगे नहीं, जबरदस्ती नहीं है ते रब दे प्यार दी खेड़ है। ते भगत उहदे प्यार प्रेम रंग दे विच रंगिया उहनूं खुदा भी कह के बुलाउंदा है, अल्लाह भी कहंदा, राम रहीम सारे नाम लैंदा है, पर जबरदस्ती नहीं। जबरदस्ती नहीं कि तू आ नाम नहीं लैना ते आ ना लैना है। हुण नामदेव साहब ते उन्हां लोगां ने तशद्दद भी बड़े ढाए, टॉर्चर किया गया। माँ की ममता सी, माँ नूं तरस आ गया, कहन लगी कि नामदेव की बिगड़ जाएगा, तू ते जानदा है कि खुदा भी उही ते राम भी उही, ते फिर की लैना राम राम कह के तू खुदा खुदा कह ले, फर्क की पैंदा है। भगत नामदेव कहन लगे नहीं, गल जबरदस्ती दी है, गल इत्थे एक सिद्धांत ते आके टिकी है। जे जालम दे अगे झुक गए तो फिर तो गल बिगड़ जाएगी। जदों माँ ने हुण जबरदस्ती जोर पाउण दी कोशिश की कि नहीं तू खुदा खुदा कह दे, ते भगत जी नूं उत्थे जाके कहना पिया, ना हो तेरा पूंगड़ा ना तू मेरी माए। जिहड़ी सच्चाई तो एक पासे करन वाली है वो मेरी माँ ही नहीं है। हुण वेखो, हालांकि माँ बच्चे का प्यार हर एक दा है, पर कारण की है, वो उस परम रस दे विच पहुँच चुके ने जिथे उन्हां नूं पता है तू मेरा पिता, तू है मेरा माता, तू मेरा बंधप, तू मेरा भराता। इतिहास चो दूजी घटना आपां पढ़दे हां, वो बाबा बंदा सिंह बहादुर दे समय दी, जदों दिल्ली विखे फरखशीर बादशाह रोज़ाना सैकड़े सिखां नूं शहीद कर रहा है, तो एक माँ उत्थे पहुँची कि मेरा पुत सिख नहीं है, तो इहदी जान बख्श दवो, इनू तुसी भुलेखे दे नाल सिखां च पकड़ के लै आयो। फरखशीर कहण लगा, सदो इहदे बच्चे नूं, जे वो कबूल कर लवे मैं सिख नहीं हाँ, असी छड्ड देंदे, सानू तां इतराज़ ही कोई नहीं है। असी तां कहंदे हां कि तुसी कबूल करो, असी सिख नहीं हाँ, साडा गुरु गोबिंद सिंह गुरु नानक दे नाल कोई संबंध नहीं है, जाना बख्श देवांगे, कोई धन पदार्थ भी चाहिए तो मिलणगे, मनो तां सही कि मैं सिख नहीं हाँ, पर कोई मानदा ही नहीं है। वो हुण बच्चे नूं लिआंदा गया बादशाह दे दरबार च फरखशीर दे, और औरंगजेब तो बाद बहादुर शाह हिंदुस्तान का बादशाह बनया सी। ये बहादुर शाह तो बाद तीजे नंबर दूजे नंबर ते फरखशीर है। ये माँ बच्चे दी खड़ी है, बच्चा खड़ा है, बादशाह है, होर दरबारी किन्ने लोग उत्थे खड़े, ते वो फिर हकूमत दे लोग ते बादशाह उस बच्चे नूं कहण लगे कि तेरी माँ तेरी जिंदगी दे लई हकूमत दे दरबार दे विच पुकार लैके आई है कि मेरा बच्चा बख्श दवो, मेरे पुत नूं बख्श दवो। ते इहदा कहना है कि तू गुरु दा सिख नहीं है, तेनू सिखां दे भुलेखे च पकड़ के लिआंदा गया है। इहदी गल ते असीं भरोसा कर लिया है, बस हुण तू दो लफ्ज कह दे कि मैं सिख नहीं हाँ, ते अपनी माँ दे नाल तू बाइज्जत जा सकदा है, कोई तेरे ते किसी तरह का तशद्दद नहीं, बस इन्नी गल कबूल कर लै, मैं सिख नहीं हाँ। हुण वेखो, एक पासे माँ की ममता है, माँ का अपना प्यार है, एक पासे मौत की लटकदी हुई तलवार है, तो सिੱਖੀ का प्यार है, परमेश्वर का प्यार है।
ਜਿਹੜੀ ਗੱਲ ਆਪਾਂ ਸ਼ੁਰੂ 'ਚ ਕੀਤੀ ਸੀ, ਜਦੋਂ ਪਰਮ ਰਸ ਨੂੰ ਬੰਦਾ ਚੱਖ ਲੈਂਦਾ ਹੈ ਨਾ, ਤੇ ਫਿਰ ਉਦੋਂ ਬਾਅਦ ਜਿਹੜੇ ਦੁਨੀਆ ਦੇ ਬਾਕੀ ਦੇ ਰਸ ਨੇ ਉਹ ਫਿੱਕੇ ਲੱਗਦੇ ਹਨ। ਠੀਕ ਹੈ, ਉਹ ਰਸ, ਉਹ ਪਿਆਰ ਆਪਣੀ ਥਾਂ ਤੇ, ਪਰ ਗੁਰੂ ਤੇ ਸਿੱਖ ਦਾ ਜਿਹੜਾ ਪਿਆਰ ਹੈ ਉਹ ਤੇ ਫਿਰ ਪਿਆਰ ਦੇ ਸਿਖਰ ਦੀ ਖੇਡ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਥੱਲੇ ਦੀ ਗੱਲ ਨਹੀਂ ਹੈ। ਉਹ ਫਿਰ ਗੁਰੂ ਦੇ ਪਿਆਰ ਦੀ ਖਾਤਰ ਉਹ ਸਿੱਖ ਨੇ ਬਾਕੀ ਸਾਰੀ ਦੁਨੀਆ ਦੀ ਪ੍ਰੀਤ ਨੂੰ ਇੱਕ ਪਾਸੇ ਕਰ ਦਿੱਤਾ। ਕਹਿਣ ਲੱਗਾ ਇਹ ਮੇਰੀ ਮਾਂ ਹੀ ਨਹੀਂ ਹੈ, ਝੂਠ ਬੋਲਣ ਵਾਲੀ ਮੇਰੀ ਮਾਂ ਨਹੀਂ ਹੋ ਸਕਦੀ, ਮੈਂ ਗੁਰੂ ਦਾ ਸਿੱਖ ਹਾਂ। ਮੈਂ ਕੱਲ੍ਹ ਵੀ ਕਹਿੰਦਾ ਸਾਂ ਸਿੱਖ ਹਾਂ, ਮੈਂ ਅੱਜ ਵੀ ਕਹਿ ਰਿਹਾ ਮੈਂ ਗੁਰੂ ਦਾ ਸਿੱਖ ਹਾਂ, ਅਤੇ ਮੈਂ ਮਰਦੇ ਦਮ ਤੱਕ ਕਹਾਂਗਾ ਮੈਂ ਗੁਰੂ ਦਾ ਸਿੱਖ ਹਾਂ। ਮੈਂ ਇਸ ਸੱਚਾਈ ਤੋਂ ਇਨਕਾਰੀ ਨਹੀਂ ਹੋ ਸਕਦਾ। ਸੋ ਮਹਾਰਾਜ ਕਹਿੰਦੇ ਸਾਈਂ ਮਹੀ ਜਾ ਇਠੜਾ ਅੰਬ ਅੱਬੇ ਥਾਵੋਂ ਮਿੱਠੜਾ। ਜਿਹਦੀ ਉਹ ਸਾਈਂ ਦੇ ਨਾਲ ਪ੍ਰੀਤ ਸਾਂਝ ਬਣਦੀ ਹੈ ਨਾ, ਉਹ ਫਿਰ ਪਿਆਰ ਐਸਾ ਹੈ ਜਿਸ ਪਿਆਰ ਦੇ ਸਾਹਮਣੇ ਉਹ ਪਿਆਰ ਵੀ ਬੜਾ ਛੋਟਾ ਪਿਆਰ ਹੈ, ਜਿਹੜਾ ਮਾਂ ਬਾਪ ਦਾ ਔਲਾਦ ਤੇ ਔਲਾਦ ਦਾ ਮਾਂ ਬਾਪ ਦੇ ਪ੍ਰਤੀ ਹੁੰਦਾ ਹੈ। ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਏ ਜੀਓ। ਮਹਾਰਾਜ ਕਹਿੰਦੇ ਹੇ ਮਾਲਕ ਜੀ, ਤੁਹਾਡੀ ਬਰਾਬਰੀ ਕੋਈ ਦੂਜਾ ਨਹੀਂ ਕਰ ਸਕਦਾ ਹੈ, ਕੋਈ ਦੂਜਾ ਨਹੀਂ। ਸੋ ਕਬੀਰ ਸਾਹਿਬ ਕਹਿੰਦੇ ਹੁਣ ਅਸੀਂ ਉਹ ਪਰਮ ਰਸ ਨੂੰ ਚੱਖ ਲਿਆ ਹੈ, ਅਤੇ ਹੁਣ ਕੋਈ ਕਵੇ ਦੁਨੀਆ ਦੇ ਰਸਾਂ ਦੀ ਗੱਲ, ਵਿਕਾਰਾਂ ਦੀ ਗੱਲ, ਹੋਰ ਸੁੱਖਾਂ ਦੀ ਗੱਲ, ਭੋਗਾਂ ਦੀ ਗੱਲ, ਹੁਣ ਅਸੀਂ ਉੱਧਰ ਨਹੀਂ ਭਟਕਦੇ, ਕਿਉਂਕਿ ਸਾਡੇ ਅੰਦਰ ਉਹਨਾਂ ਭੋਗਾਂ ਦੀ ਕੋਈ ਖੁਆਇਸ਼ ਹੀ ਨਹੀਂ ਰਹੀ ਹੈ। ਇਸ ਕਰਕੇ ਉਹਨਾਂ ਭੋਗਾਂ ਵਾਲੇ ਪਾਸਿਓਂ ਤੇ ਅਸੀਂ ਆਪਣੀਆਂ ਅੱਖਾਂ ਹੀ ਝੁਕਾ ਲਈਆਂ ਅਤੇ ਮੂੰਹ ਹੀ ਮੋੜ ਲਿਆ ਹੈ। ਅੱਗੇ 235 ਨੰਬਰ ਸਲੋਕ 'ਚ ਕਬੀਰ ਜੀ ਫਰਮਾਨ ਕਰਦੇ, 8 ਜਾਮ 64 ਘਰੀ ਤੋ ਨਿਰਖਤ ਰਹਿ ਜੀਓ। ਹੇ ਮੇਰੇ ਮਾਲਕ ਜੀ, 8 ਪਹਿਰ ਦਿਨ ਤੇ ਰਾਤ, 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ, ਕੁੱਲ ਹੋ ਗਏ 8 ਪਹਿਰ, ਅਤੇ 8 ਪਹਿਰਾਂ ਦੀਆਂ 64 ਘੜੀਆਂ, 64 ਘੜੀ। ਹਰੇਕ ਪੈਰ ਦੀਆਂ 8 ਘੜੀਆਂ ਹੁੰਦੀਆਂ ਹਨ। 8 ਘੜੀਆਂ ਦਾ ਇੱਕ ਪੈਰ, ਅਤੇ 8 ਪੈਰ ਹੁੰਦੇ ਹਨ ਦਿਨ ਤੇ ਰਾਤ ਦੇ। ਕਬੀਰ ਸਾਹਿਬ ਕਹਿੰਦੇ ਹੁਣ ਭਾਵੇਂ 8 ਪੈਰ ਨੇ ਅਤੇ ਭਾਵੇਂ 64 ਘੜੀਆਂ ਹਨ, ਤੋ ਨਿਰਖਤ ਰਹਿ ਜੀਓ। ਹੈ ਮੇਰੇ ਮਾਲਕ ਜੀ, ਮੇਰੀ ਜਿਹੜੀ ਜਿੰਦ ਹੈ ਉਹ ਤਾਂ ਹਮੇਸ਼ਾ ਤੁਹਾਨੂੰ ਹੀ ਵਹਿੰਦੀ ਰਹਿੰਦੀ ਹੈ। ਭਾਵ ਅਸੀਂ ਤਾਂ ਹਮੇਸ਼ਾ ਹੁਣ ਤੁਹਾਡੇ ਹੀ ਦਰਸ਼ਨ ਕਰਦੇ ਰਹਿੰਦੇ ਹਾਂ, ਦਿਨ ਹੋਵੇ ਰਾਤ ਹੋਵੇ, ਹਰ ਜਗ੍ਹਾ 'ਤੇ ਤੁਹਾਡੇ ਦੀਦਾਰ, ਤੁਹਾਡੇ ਦਰਸ਼ਨ ਇਹ ਨੇਤਰ ਕਰਦੇ ਹਨ। ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂੰ ਪੀਓ। ਹੁਣ ਵੇਖੋ, ਜਿਹੜਾ ਪਿਛਲਾ ਸਲੋਕ ਆਇਆ ਸੀ ਉਹਦੇ 'ਚ ਗੱਲ ਆਈ ਸੀ ਨੀਚੇ ਲੋਇਨ ਕਰ ਰਹੂੰ, ਭਾਵ ਅਸੀਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਰੱਖਦੇ ਹਾਂ। ਉਹਦਾ ਰੀਜ਼ਨ ਕਾਰਨ ਇਹ ਦੱਸਿਆ ਕਿ ਲੈ ਸਾਜਨ ਘੱਟ ਮਾਹੇ, ਸੱਜਣ ਮਾਲਕ ਨੂੰ ਹਿਰਦੇ 'ਚ ਵਸਾ ਕੇ ਅਸੀਂ ਅੱਖਾਂ ਝੁਕਾ ਕੇ ਵਿਚਰਦੇ ਹਾਂ। ਇਸ ਸਲੋਕ ਦੇ ਵਿੱਚ ਉਹ ਕਹਿੰਦੇ ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂੰ ਪੀਊ। ਅਸੀਂ ਅੱਖਾਂ ਕਿਉਂ ਨੀਵੀਆਂ ਕਰੀ, ਅਸੀਂ ਤੇ ਸਭ ਜਗ੍ਹਾ 'ਤੇ ਆਪਣੇ ਮਾਲਕ ਨੂੰ ਵੇਂਦੇ ਹਾਂ। ਹੁਣ ਵਿਚਾਰ ਸਮਝਣੀ ਪਵੇਗੀ ਕਿ ਇੱਕ ਜਗ੍ਹਾ 'ਤੇ ਕਬੀਰ ਸਾਹਿਬ ਇੱਕ ਸਲੋਕ 'ਚ ਕਹਿ ਰਹੇ ਨੇ ਅਸੀਂ ਅੱਖਾਂ ਝੁਕਾ ਕੇ ਰੱਖਦੇ ਹਾਂ, ਦੂਜੇ 'ਚ ਕਹਿੰਦੇ ਨੇ ਅੱਖਾਂ ਕਿਉਂ ਝੁਕਾਈਏ। ਉਹਦਾ ਮਤਲਬ ਕੀ ਹੈ? ਅੱਖਾਂ ਦਾ ਝੁਕਣਾ ਵੀ ਕਈ ਪ੍ਰਕਾਰ ਦਾ ਝੁਕਣਾ ਹੁੰਦਾ ਹੈ। ਇੱਕ ਹੁੰਦੀਆਂ ਹਨ ਮਨੁੱਖ ਦੀਆਂ ਅੱਖਾਂ ਉਦੋਂ ਝੁਕਦੀਆਂ ਹਨ ਜਦੋਂ ਇਹਨੇ ਕੋਈ ਗਲਤ ਕਰਮ ਕਰ ਦਿੱਤਾ, ਕੋਈ ਬੁਰਿਆਈ ਕਰ ਦਿੱਤੀ, ਬੇਸ਼ਰਮੀ ਕਰਕੇ ਹੁਣ ਉਹ ਬੰਦੇ ਦੀਆਂ ਅੱਖਾਂ ਨਿਗਾਹ ਨਜ਼ਰ ਝੁਕ ਗਈ। ਦੂਜੇ ਦੇ ਨਾਲ ਅੱਖਾਂ 'ਚ ਅੱਖਾਂ ਮਿਲਾ ਕੇ ਬੰਦਾ ਗੱਲ ਨਹੀਂ ਕਰ ਸਕਦਾ ਕਿਉਂਕਿ ਕੋਈ ਐਬ, ਕੋਈ ਬੁਰਿਆਈ ਕਰ ਦਿੱਤੀ ਹੈ। ਇੱਕ ਹੁੰਦਾ ਹੈ ਮਨੁੱਖ ਦਾ ਅੱਖਾਂ ਝੁਕਾ ਕੇ ਨਿਵਾ ਕੇ ਚੱਲਣਾ, ਨਿਮਰਤਾ 'ਚ ਚੱਲਣਾ, ਨੀਵੇਂਪਨ ਦੇ ਵਿੱਚ ਚੱਲਣਾ, ਐਵੇਂ ਹੰਕਾਰ ਕਰਕੇ ਨਹੀਂ ਆਪਣੇ ਆਪ ਨੂੰ ਉੱਚਾ ਸਮਝਣਾ। ਔਰ ਇੱਕ ਹੈ ਅੱਖਾਂ ਝੁਕਾਉਣ ਦਾ ਭਾਵ ਬੁਰਾਈਆਂ ਵਾਲੇ ਪਾਸਿਓਂ ਅੱਖਾਂ ਫੇਰ ਕੇ ਚੱਲਣਾ, ਬੁਰੇ ਪਾਸੇ ਨਹੀਂ ਵੇਖਣਾ, ਬੁਰੇ ਪਾਸੇ ਨਹੀਂ ਤੱਕਣਾ ਹੈ। ਹੁਣ ਕਬੀਰ ਸਾਹਿਬ ਜਿੱਥੇ ਤੇ ਗੱਲ ਕਰਦੇ ਹਨ ਕਿ ਅਸੀਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਰੱਖਦੇ, ਉਹਦਾ ਭਾਵ ਹੈ ਕਿ ਅਸੀਂ ਵਿਕਾਰਾਂ ਵਾਲੇ ਪਾਸੇ ਅੱਖਾਂ ਨਹੀਂ ਕਰਦੇ, ਕਿਉਂਕਿ ਹੁਣ ਸਾਨੂੰ ਵਿਕਾਰਾਂ ਦੇ ਭੋਗਾਂ ਦਾ ਕੋਈ ਚਸਕਾ ਨਹੀਂ ਹੈ, ਕਿਉਂਕਿ ਮਾਲਕ ਦੇ ਮਿਲਾਪ ਸਦਕਾ ਪਰਮ ਰਸ ਮਿਲ ਗਿਆ ਹੈ। ਅਤੇ ਜਿੱਥੇ ਉਹ ਕਹਿੰਦੇ ਹਨ ਕਿ ਹੁਣ ਅਸੀਂ ਅੱਖਾਂ ਉੱਚੀਆਂ ਚੁੱਕ ਕੇ ਰੱਖਦੇ ਹਾਂ, ਅੱਖਾਂ ਨੀਵੀਆਂ ਕਿਉਂ ਕਰੀਏ, ਉਹਦਾ ਭਾਵ ਕਬੀਰ ਸਾਹਿਬ ਜੀ ਇਹ ਕਹਿੰਦੇ ਹਨ ਕਿ ਅਸੀਂ
ਕਿਸੇ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਨਹੀਂ ਵੇਂਦੇ ਹਾਂ, ਮਾੜੀ ਨਿਗਾਹ ਦੇ ਨਾਲ ਨਹੀਂ ਵੇਂਦੇ ਹਾਂ। ਸਾਰਿਆਂ ਦੇ ਵਿੱਚ ਅਸੀਂ ਇੱਕ ਸਮਾਨ ਉਹ ਅਕਾਲ ਪੁਰਖ ਪਰਮਾਤਮਾ ਦੀ ਜੋਤ ਵੇਖਦੇ ਪਏ ਹਾਂ। ਇਸ ਕਰਕੇ ਅਸੀਂ ਹਮੇਸ਼ਾ ਆਪਣੀਆਂ ਅੱਖਾਂ ਨਿਗਾਹ ਉੱਚੀ ਰੱਖਦੇ, ਭਾਵ ਜਿਹੜਾ ਨਜ਼ਰੀਆ ਹੈ ਉਹ ਅਸੀਂ ਉੱਚਾ ਬਣਾ ਲਿਆ ਹੈ। ਜਿਵੇਂ ਭਾਈ ਸਾਹਿਬ ਕਨ੍ਹਈਆ ਜੀ, ਇੱਕ ਸਮਾਨ ਸਭ ਪ੍ਰਤੀ ਨਜ਼ਰੀਆ ਹੈ। ਜਲ ਛਕਾਉਣ ਦੀ ਗੁਰੂ ਨੇ ਸੇਵਾ ਲਗਾਈ ਹੈ ਅਤੇ ਸੇਵਾ ਕਰ ਰਹੇ ਹਨ। ਕੌਣ ਆਪਣਾ ਕੌਣ ਬਗਾਨਾ ਇਹ ਨਹੀਂ ਵੇਂਦੇ ਹਨ। ਗੁਰੂ ਨੇ ਸੇਵਾ ਬਖਸ਼ੀ ਹੈ ਅਤੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਇਸ ਨਜ਼ਰੀਏ ਦੇ ਨਾਲ ਉਹ ਸੇਵਾ ਕਰ ਰਹੇ। ਕਬੀਰ ਸਾਹਿਬ ਕਹਿੰਦੇ ਜਿਹੜਾ ਜੀਵ ਅੱਠੇ ਪਹਿਰ ਮਾਲਕ ਨੂੰ ਹਿਰਦੇ 'ਚ ਧਾਰਨ ਕਰਕੇ ਤੇ ਹਰ ਜਗ੍ਹਾ 'ਤੇ ਮਾਲਕ ਨੂੰ ਵੇਖਦਾ ਹੈ, ਉਹ ਫਿਰ ਸਭ ਘੱਟ ਦੇਖੋ ਪੀਓ ਦਾ ਨਜ਼ਰੀਆ ਹਿਰਦੇ 'ਚ ਰੱਖ ਕੇ ਤੇ ਹਮੇਸ਼ਾ ਮਾਣ ਸਨਮਾਨ ਤੇ ਬਰਾਬਰਤਾ ਵਾਲੀ ਨਜ਼ਰ ਦੇ ਨਾਲ ਹਰ ਇੱਕ ਨੂੰ ਵੇਂਦਾ ਹੈ। ਜਿਹੜੀ ਗੱਲ ਸਤਿਗੁਰੂ ਨੇ ਬਾਣੀ 'ਚ ਸਾਨੂੰ ਵਾਰ-ਵਾਰ ਸਿਖਾਈ ਵੀ ਹੈ ਕਿ ਸਾਰਿਆਂ ਦੇ ਅੰਦਰ ਇੱਕ ਅਕਾਲ ਪੁਰਖ ਦੀ ਜੋਤ ਵਰਤਦੀ ਹੈ। ਕਿਸੇ ਦੇ ਨਾਲ ਈਰਖਾ, ਕਿਸੇ ਦੇ ਨਾਲ ਨਫ਼ਰਤ, ਕਿਸੇ ਨੂੰ ਜਾਤ ਕਰਕੇ ਜਨਮ ਕਰਕੇ ਨੀਵਾਂ ਨਹੀਂ ਸਮਝਣਾ ਹੈ। ਕਬੀਰ ਜੀ ਦੇ ਹੀ ਬਚਨ ਹਨ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਨਾਨਕ ਸਾਹਿਬ ਹਰਿਦੁਆਰ ਪਹੁੰਚੇ, ਪ੍ਰਸ਼ਾਦਾ ਪਾਣੀ ਤਿਆਰ ਕਰਨਾ ਸੀ। ਭਾਈ ਮਰਦਾਨੇ ਨੂੰ ਭੇਜਿਆ ਕਿ ਜਾਓ ਮਹਾਤਮਾ ਦੇ ਕੋਲੋਂ ਕੁਝ ਅੱਗ ਮੰਗ ਲਵੋ, ਅਸੀਂ ਆਪਣਾ ਚੁੱਲ੍ਹਾ ਬਾਲੀਏ, ਪ੍ਰਸ਼ਾਦਾ ਪਾਣੀ ਤਿਆਰ ਕਰ ਲਈਏ। ਅਤੇ ਉਹ ਇਤਿਹਾਸ ਕਹਿੰਦਾ ਹੈ ਕਿ ਉਹ ਮਹਾਤਮਾ ਬੜਾ ਜਾਤ ਅਭਿਮਾਨੀ ਸੀ, ਵੈਸ਼ਨੂ ਸਾਧ। ਅਤੇ ਭਾਈ ਮਰਦਾਨਾ ਜਦੋਂ ਉਹਦੇ ਕੋਲ ਅੱਗ ਮੰਗਣ ਦੇ ਲਈ ਗਏ ਅਤੇ ਮਰਦਾਨਾ ਸਾਹਿਬ ਨੂੰ ਵੇਖ ਕੇ ਉਹ ਈਰਖਾ 'ਚ ਕ੍ਰੋਧ 'ਚ ਲੋਹਾ ਲਾਖਾ ਹੋ ਗਿਆ ਅਤੇ ਉੱਥੇ ਹੀ ਭਾਈ ਮਰਦਾਨੇ ਦੇ ਨਾਲ ਝਗੜਨਾ ਵੀ ਸ਼ੁਰੂ ਕਰ ਦਿੱਤਾ ਅਤੇ ਬਲਕਿ ਲੱਕੜ ਬਲਦੀ ਹੋਈ ਚੁਆਤੀ ਲੈ ਕੇ ਭਾਈ ਮਰਦਾਨੇ ਨੂੰ ਮਾਰਨ ਦੇ ਲਈ ਨਿਕਲ ਤੁਰਿਆ। ਅਤੇ ਭਾਈ ਮਰਦਾਨਾ ਜੀ ਆਪਣੇ ਆਪ ਨੂੰ ਬਚਾਉਂਦਿਆਂ ਬਚਾਉਂਦਿਆਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨੀ ਪਹੁੰਚੇ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਬਚਾਓ ਇਹਦੇ ਕੋਲੋਂ, ਅੱਗ ਕੀ ਲੈਣ ਗਿਆ ਸੀ, ਬਿਪਤਾ ਹੀ ਗਲ ਪਾ ਲਈ ਹੈ। ਅੱਗ ਨਹੀਂ ਦਿੱਤੀ ਹੈ ਬਲਕਿ ਜਾਨੋਂ ਮਾਰਨ ਦੇ ਲਈ ਫਿਰਦਾ ਪਿਆ ਹੈ। ਮਹਾਰਾਜ ਨੇ ਜਦੋਂ ਮਹਾਤਮਾ ਉਹ ਵੈਸ਼ਨੂ ਨੇੜੇ ਆਇਆ, ਉਹਨੂੰ ਪੁੱਛਿਆ ਜੀ ਇੰਨਾ ਗੁੱਸਾ ਇੰਨਾ ਕ੍ਰੋਧ ਕਿਹੜੀ ਗੱਲ ਦਾ। ਕਹਿਣ ਲੱਗਾ ਇਹ ਨੀਵੀਂ ਜਾਤੀ ਵਾਲੇ ਨੇ ਮੇਰੇ ਚੌਂਕੇ 'ਤੇ ਪਰਛਾਵਾਂ ਪਾ ਕੇ ਚੌਂਕਾ ਪਿੱਟ ਦਿੱਤਾ ਹੈ। ਗੁਰੂ ਮਹਾਰਾਜ ਕਹਿਣ ਲੱਗੇ ਇਹ ਤੇਰਾ ਭੁਲੇਖਾ ਹੈ ਕਿ ਇਹ ਨੀਵਾਂ ਹੈ, ਕਿਉਂਕਿ ਜਿੱਦਾਂ ਦਾ ਤੂੰ ਉੱਦਾਂ ਦਾ ਇਹ, ਜਿੱਦਾਂ ਦਾ ਤੇਰਾ ਸਰੀਰ ਹੈ ਉੱਦਾਂ ਦਾ ਇਹਦਾ ਸਰੀਰ ਹੈ। ਅਤੇ ਰਹੀ ਗੱਲ ਕਰਮਾਂ ਦੀ, ਅਤੇ ਇਹ ਸਾਡੇ ਨਾਲ ਰਹਿੰਦਾ, ਅਸੀਂ ਇਹਦੇ ਇੱਕ ਇੱਕ ਕਰਮ ਨੂੰ ਦੇਖਿਆ ਅਤੇ ਇੱਕ ਇੱਕ ਕਰਮ ਨੂੰ ਜਾਣਦੇ ਹਾਂ। ਇਹ ਕਦੇ ਝੂਠ ਨਹੀਂ ਬੋਲਦਾ, ਕਦੇ ਪਰਾਇਆ ਹੱਕ ਨਹੀਂ ਮਾਰਦਾ ਹੈ, ਕਿਸੇ ਦੇ ਨਾਲ ਝਗੜਾ ਨਹੀਂ ਕਰਦਾ, ਕੋਈ ਬੁਰਿਆਈ ਨਹੀਂ ਕਰਦਾ, ਬਲਕਿ ਦਿਨ ਰਾਤ ਰੱਬੀ ਕੀਰਤੀ ਕਰਦਾ ਹੈ। ਅਸੀਂ ਪਰਮਾਤਮਾ ਦੀ ਖੁਦਾ ਦੀ ਸਿਫਤ ਦੇ ਸ਼ਬਦ ਗਾਉਂਦੇ ਹਾਂ ਅਤੇ ਭਾਈ ਮਰਦਾਨਾ ਨਾਲ ਦੀ ਨਾਲ ਰਬਾਬ ਵਜਾਉਂਦੇ ਨੇ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਮਹਾਰਾਜ ਕਹਿਣ ਲੱਗੇ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਮਰਦਾਨਾ ਨੀਵਾਂ ਹੈ। ਨੀਵਾਂ ਤੇ ਉਹ ਜਿਹਦੇ ਕਰਮ ਨੀਵੇਂ ਹਨ, ਜਿਹਦੀ ਸੋਚ ਨੀਵੀਂ ਹੈ, ਜਿਹਦਾ ਨਜ਼ਰੀਆ ਨੀਵਾਂ ਹੈ। ਮਹਾਰਾਜ ਕਹਿਣ ਲੱਗੇ ਜੇ ਸਾਨੂੰ ਪੁੱਛੋ ਨੀਵਾਂ ਕੌਣ ਹੈ ਤੇ ਅਸੀਂ ਦੱਸਦੇ ਹਾਂ ਕਿ ਤੁਹਾਡੇ ਅੰਦਰ ਬੈਠੀਆਂ ਹੋਈਆਂ ਬੁਰਾਈਆਂ ਹੀ ਅਸਲ ਦੇ ਵਿੱਚ ਨੀਚ ਜਾਤ ਵਾਲੀਆਂ ਹਨ। ਉੱਥੇ ਮਹਾਰਾਜ ਨੇ ਬਚਨ ਕਹੇ, ਕਬੁੱਧ ਡੂਮਣੀ ਕੁਦਇਆ ਕੁਸਾਇਣ, ਪਰ ਨਿੰਦਾ ਘੱਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਮਹਾਰਾਜ ਕਹਿਣ ਲੱਗੇ ਮਹਾਤਮਾ ਜੀ ਜੇ ਮਰਦਾਨਾ ਤੁਹਾਡੇ ਚੌਂਕੇ 'ਚ ਨਾ ਵੀ ਜਾਂਦਾ ਨਾ ਤੇ ਚੌਂਕਾ ਤੇ ਤੁਹਾਡਾ ਫਿਰ ਵੀ ਪਿੱਟਿਆ ਜਾਣਾ ਸੀ, ਰਾਸ਼ਨ ਪਾਣੀ ਤੇ ਤੁਹਾਡਾ ਭੋਜਨ ਤਾਂ ਫਿਰ ਵੀ ਪਿੱਟਿਆ ਜਾਣਾ ਸੀ। ਬਲਕਿ ਸੱਚ ਇਹ ਹੈ ਕਿ ਤੁਸੀਂ ਰੋਜ਼ਾਨਾ ਪਿੱਟਿਆ ਹੀ ਖਾਣਾ ਖਾਂਦੇ ਹੋ, ਸ਼ੁੱਧ ਕੁਝ ਨਹੀਂ ਜੇ ਖਾਂਦੇ, ਕਿਉਂਕਿ ਜਿਹੜੀਆਂ ਬੁਰਾਈਆਂ ਨੇ ਉਹ ਤੇ ਤੁਹਾਡੇ ਅੰਦਰ ਬੈਠੀਆਂ ਹੋਈਆਂ ਨੇ।
ਜਿਹੜੀਆਂ ਤੁਹਾਡੇ ਖਾਣੇ ਨੂੰ ਭੇਟਦੀਆਂ ਪਈਆਂ ਨੇ, ਤੁਹਾਨੂੰ ਭੇਟਦੀਆਂ ਪਈਆਂ ਨੇ। ਕਬੁੱਧ ਡੂਮਣੀ ਮਾੜੀ ਬੁੱਧੀ ਤੁਹਾਡੀ ਹੈ, ਕੁਦਇਆ ਦੀ ਬਿਰਤੀ ਤੁਹਾਡੀ ਹੈ, ਪਰਾਈ ਨਿੰਦਾ ਵਾਲੀ ਬਿਰਤੀ ਤੁਹਾਡੇ ਅੰਦਰ ਬੈਠੀ ਹੈ, ਚੰਡਾਲ ਕਰੋਧ ਤੇ ਤੁਹਾਡੇ ਅੰਦਰ ਬੈਠਾ ਹੈ। ਤੇ ਜਿਹਦੇ ਅੰਦਰ ਚਾਰ ਚਾਰ ਵੱਡੀਆਂ ਬੁਰਾਈਆਂ ਰੂਪੀ ਨੀਵੀਆਂ ਜਾਤਾਂ ਬੈਠੀਆਂ ਹੋਣ, ਮਹਾਰਾਜ ਕਹਿੰਦੇ ਉਹ ਬਾਹਰੋਂ ਜਿੰਨੀਆਂ ਮਰਜ਼ੀ ਲਕੀਰਾਂ ਖਿੱਚਦਾ ਰਵੇ, ਉਹਦੀਆਂ ਖਿੱਚੀਆਂ ਲਕੀਰਾਂ ਵੀ ਕੋਈ ਸ਼ੁੱਧਤਾ ਨਹੀਂ ਪੈਦਾ ਕਰ ਸਕਦੀਆਂ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਉੱਥੇ ਮਹਾਰਾਜ ਜੀ ਨੇ ਇਹ ਵਿਚਾਰ ਸਮਝਾਈ ਕਿ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਸਾਰੇ ਜੀਵ ਇੱਕੋ ਜਿਹੇ ਹਨ। ਜਾਤ ਜਨਮ ਨੇ ਪੁੱਛੀ ਹੈ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਕਬੀਰ ਸਾਹਿਬ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਬਲਕਿ ਉਹਨਾਂ ਨੇ ਤੇ ਇੱਥੋਂ ਤੱਕ ਕਿਹਾ, ਜਦੋਂ ਕੁਝ ਹੰਕਾਰੀ ਬ੍ਰਾਹਮਣ ਕਬੀਰ ਸਾਹਿਬ ਦੇ ਨਾਲ ਵਾਰ-ਵਾਰ ਜਾਤ ਪਾਤ ਦੇ ਨਾਮ ਤੇ ਝਗੜਾ ਕਰਦੇ, ਉਹ ਕਹਿੰਦੇ ਸਾਬਤ ਕਰੋ ਕਿ ਮੇਰੇ ਤੇ ਤੁਹਾਡੇ 'ਚ ਫਰਕ ਕੀ ਹੈ। ਜਿੱਦਾਂ ਦਾ ਸਰੀਰ ਮੇਰਾ ਉੱਦਾਂ ਦਾ ਤੁਹਾਡਾ। ਸਰੀਰ ਬਾਹਰੋਂ ਵੀ ਇੱਕੋ ਜਿਹੀ ਚਮੜੀ, ਜੇ ਸਰੀਰ ਨੂੰ ਕੱਟ ਕੇ ਵੇਖਿਆ ਜਾਏ ਤੇ ਜਿੱਦਾਂ ਦਾ ਖੂਨ ਲਾਲ ਮੇਰੇ ਅੰਦਰੋਂ ਨਿਕਲਦਾ ਉੱਦਾਂ ਦਾ ਤੁਹਾਡੇ ਅੰਦਰੋਂ। ਨਾ ਅੰਦਰ ਕੋਈ ਫਰਕ, ਨਾ ਬਾਹਰ ਕੋਈ ਫਰਕ, ਨਾ ਜਨਮ ਲੈਣ ਦੇ ਤਰੀਕੇ 'ਚ ਕੋਈ ਫਰਕ, ਨਾ ਮੌਤ ਦੇ ਵਿੱਚ ਕੋਈ ਫਰਕ। ਤਾਂ ਫਿਰ ਫਰਕ ਕਿੱਥੇ ਹੈ? ਕਬੀਰ ਜੀ ਕਹਿੰਦੇ ਕਰਮਾਂ 'ਚ ਫਰਕ ਹੁੰਦਾ ਹੈ, ਬਾਕੀ ਸਰੀਰਾਂ ਦਾ ਕੋਈ ਨਹੀਂ। ਸਰੀਰ ਤੇ ਸਾਰੇ ਰੱਬ ਦੇ ਪੈਦਾ ਕੀਤੇ ਹੋਏ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੇ, ਨਾ ਕਛ ਪੋਚ ਮਾਟੀ ਕੈ ਭਾਂਡੈ, ਨਾ ਕਛ ਪੋਚ ਕੁਮਾਰੇ। ਕਬੀਰ ਸਾਹਿਬ ਇੱਥੇ ਕਹਿੰਦੇ ਜਿਹਦਾ ਨਜ਼ਰੀਆ ਉੱਚਾ ਹੋ ਗਿਆ, ਜਿਹੜਾ ਅੱਠੇ ਪੈਰ ਪਰਮਾਤਮਾ ਨੂੰ ਧਿਆਉਂਦਾ ਹੈ, 64 ਘੜੀ ਪਰਮਾਤਮਾ ਨੂੰ ਹਰ ਜੀਵ ਹਰ ਜਗ੍ਹਾ 'ਤੇ ਵੇਂਦਾ ਹੈ, ਉਹ ਫਿਰ ਸਭ ਘੱਟ ਦੇਖੋ ਪੀਓ ਹਰ ਜਗ੍ਹਾ 'ਤੇ ਮਾਲਕ ਨੂੰ ਵੇਂਦਾ। ਉਹਦੀ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਰਹਿੰਦੀ ਹੈ। ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕੇ ਪੀਓ। ਹੁਣ ਕਬੀਰ ਸਾਹਿਬ ਕਹਿੰਦੇ ਹੈ ਸਖੀ ਸੁਣੋ, ਮਾਲਕ ਨੂੰ ਜਪ ਜਪ ਕੇ ਮਾਲਕ ਦੀ ਇੱਕ ਮਿਕਤਾ ਅਭੇਦਤਾ ਲੀਨਤਾ ਪ੍ਰਾਪਤ ਹੋ ਚੁੱਕੀ ਹੈ। ਹੁਣ ਇੰਨੇ ਜ਼ਿਆਦਾ ਮਾਲਕ ਦੇ ਵਿੱਚ ਅਭੇਦ ਹੋ ਚੁੱਕੇ ਹਾਂ ਕਿ ਇਹ ਸਮਝ ਨਹੀਂ ਪੈਂਦੀ ਹੈ ਕਿ ਜਿੰਦ 'ਚ ਰੱਬ ਵਸ ਰਿਹਾ ਹੈ ਕਿ ਰੱਬ 'ਚ ਜਿੰਦ ਵਸ ਰਹੀ ਹੈ। ਇਹ ਵੇਖੋ, ਇੱਕ ਹੈ ਨੇੜਤਾ, ਇੱਕ ਹੈ ਅਭੇਦਤਾ। ਸਾਡੇ ਜੀਵਨ ਦੀ ਜਿਹੜੀ ਮੰਜ਼ਿਲ ਹੈ ਕੇਵਲ ਨੇੜਤਾ ਨਹੀਂ ਹੈ, ਅਭੇਦਤਾ ਹੈ, ਇੱਕ ਮਿਕਤਾ ਹੈ, ਲੀਨਤਾ ਹੈ। ਕਿਉਂਕਿ ਨੇੜੇ ਹੋ ਕੇ ਵੀ ਕਈ ਵਾਰ ਬੰਦਾ ਅਭੇਦਤਾ ਤੱਕ ਨਹੀਂ ਪਹੁੰਚ ਪਾਉਂਦਾ ਹੈ। ਕਈ ਸਾਡੀ ਜ਼ਿੰਦਗੀ 'ਚ ਸਾਡੇ ਬੜੇ ਨੇੜੇ ਹੁੰਦੇ ਹਨ, ਬੜੇ ਨੇੜੇ ਦੇ ਮਿੱਤਰ ਜਾਂ ਕੋਈ ਸੰਬੰਧੀ ਰਿਸ਼ਤੇਦਾਰ ਬੜਾ ਨੇੜੇ ਹੈ, ਪਰ ਵਕਤ ਦੇ ਨਾਲ ਘਟਨਾਵਾਂ ਕਈ ਵਾਰ ਇੱਦਾਂ ਦੀਆਂ ਵਰਤਦੀਆਂ ਨੇ, ਜਿਹੜਾ ਬਹੁਤ ਨੇੜੇ ਆ ਉਹ ਬਹੁਤ ਦੂਰ ਵੀ ਹੋ ਜਾਂਦਾ, ਹਮੇਸ਼ਾ ਨੇੜੇ ਨਹੀਂ ਰਹਿੰਦਾ। ਜਿਵੇਂ ਇਤਿਹਾਸ 'ਚੋਂ ਕੁਝ ਮਿਸਾਲਾਂ ਵੀ ਸਾਨੂੰ ਮਿਲਦੀਆਂ ਨੇ। ਪੈਂਦੇ ਖਾਨ ਕਿੰਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇੜੇ ਸੀ। ਜਿਹੜੀ ਚੀਜ਼ ਗੁਰੂ ਕੇ ਦਰਬਾਰ ਦੇ ਵਿੱਚ ਆਉਣੀ, ਮਹਾਰਾਜ ਨੇ ਪੈਂਦੇ ਖਾਨ ਨੂੰ ਬਖਸ਼ ਦੇਣੀ। ਪੁੱਤਰਾਂ ਨੂੰ ਵੀ ਕੀਮਤੀ ਤੋਂ ਕੀਮਤੀ ਦਾਤਾਂ ਵਸਤੂਆਂ ਨਹੀਂ ਸੀ ਮਿਲਦੀਆਂ, ਪੈਂਦੇ ਖਾਨ ਦੀ ਝੋਲੀ 'ਚ ਪੈ ਜਾਂਦੀਆਂ ਸੀ। ਬੜਾ ਨੇੜੇ, ਬਹੁਤ ਨੇੜੇ, ਪਰ ਹਮੇਸ਼ਾ ਨੇੜੇ ਰਹਿ ਨਹੀਂ ਪਾਇਆ। ਇੱਕ ਸਮਾਂ ਐਸਾ ਆਇਆ ਜਦੋਂ ਹੰਕਾਰ ਇੱਕ ਦੀਵਾਰ ਬਣ ਕੇ ਖਲੋ ਗਿਆ ਤੇ ਪੈਂਦੇ ਖਾਂ ਗੁਰੂ ਤੋਂ ਇੰਨਾ ਜ਼ਿਆਦਾ ਦੂਰ ਹੋ ਗਿਆ ਕਿ ਫਿਰ ਬਾਅਦ 'ਚ ਵਾਪਸ ਆਉਣ ਦੇ ਸਾਰੇ ਰਸਤੇ ਵੀ ਬੰਦ ਹੋ ਗਏ ਤੇ ਗੁਰੂ ਹੱਥੋਂ ਹੀ ਮਾਰਿਆ ਗਿਆ। ਨੇੜੇ ਸੀ, ਅਭੇਦ ਨਾ ਹੋ ਸਕਿਆ, ਟੁੱਟ ਗਿਆ ਤੇ ਬਹੁਤ ਦੂਰ। ਭਾਈ ਨੰਦ ਚੰਦ ਦਸਮ ਪਾਤਸ਼ਾਹ ਜੀ ਦੇ ਸਮੇਂ ਦਾ ਸਿੱਖ, ਬੜਾ ਨੇੜੇ। ਮਹਾਰਾਜ ਨੇ ਕਹਿਣਾ ਮੈਂ ਚਲਾ ਗਿਆ, ਨੰਦ ਚੰਦ ਚਲਾ ਗਿਆ, ਸਾਡੀ ਇੱਕੋ ਹੀ ਗੱਲ ਹੈ, ਬਹੁਤ ਨੇੜੇ। ਪਰ ਸਮੇਂ ਦੇ ਨਾਲ ਹਾਲਾਤ ਘਟਨਾਵਾਂ ਕੁਝ ਐਸੀਆਂ ਵਰਤੀਆਂ ਕਿ ਜਿਹੜਾ ਬਹੁਤ ਨੇੜੇ ਸੀ ਉਹ ਵੀ ਗੁਰੂ ਤੋਂ ਬਾਗੀ ਵੀ ਹੋ ਗਿਆ, ਬੇਮੁਖ ਵੀ ਹੋ ਗਿਆ, ਦੂਰ ਵੀ ਹੋ ਗਿਆ। ਧੀਰ ਮੱਲੀਆਂ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸੋਚਿਆ ਜਿਹੜਾ ਗੁਰੂ ਦੇ ਇੰਨੇ ਨੇੜੇ ਸੀ ਤੇ ਗੁਰੂ ਨਾਲ ਵਫਾ ਨਹੀਂ ਕਰ ਸਕਿਆ, ਉਹ ਸਾਡੇ ਨਾਲ ਵਫਾਦਾਰੀ ਕੀ ਨਿਭਾਵੇਗਾ। ਨੇੜੇ ਸੀ, ਵਿਛੜ ਗਿਆ ਤੇ ਮੁੱਕ ਗਿਆ।
ਸੋ ਨੇੜੇ ਹੋਣਾ ਇੱਕ ਵੱਖਰੀ ਗੱਲ ਹੈ, ਪਰ ਨੇੜੇ ਹੋ ਕੇ ਵੀ ਦੂਰ ਹੋਣ ਦੇ ਚਾਂਸ ਬਣੇ ਰਹਿੰਦੇ ਹਨ। ਗੱਲ ਉਦੋਂ ਬਣਦੀ ਹੈ ਜਦੋਂ ਐਨ ਅਭੇਦਤਾ ਪ੍ਰਾਪਤ ਹੋ ਜਾਏ। ਭਾਈ ਲਹਿਣਾ ਅਭੇਦ ਹੋ ਗਏ ਗੁਰੂ ਨਾਨਕ ਜੀ 'ਚ, ਕੋਈ ਹੁਣ ਵੱਖ ਹੋਣ ਦਾ ਰਸਤਾ ਨਹੀਂ ਹੈ। ਭਾਈ ਜੇਠਾ ਅਭੇਦ ਹੋ ਗਏ ਗੁਰੂ 'ਚ, ਪੰਜ ਪਿਆਰੇ ਅਭੇਦ ਹੋ ਗਏ ਗੁਰੂ 'ਚ, ਕੋਈ ਦੁਨੀਆ ਦੀ ਤਾਕਤ ਉਹਨਾਂ ਨੂੰ ਵੱਖ ਨਹੀਂ ਕਰ ਸਕਦੀ। ਇਹਨੂੰ ਬਾਣੀ 'ਚ ਮਹਾਰਾਜ ਕਹਿੰਦੇ ਸੱਜਣ ਮਿਲੇ ਨਾ ਵਿਛੜੈ ਜੇ ਆਪ ਮੇਲੇ ਕਰਤਾਰ। ਦੂਜਾ ਪੱਖ ਇਹ ਵੀ ਹੈ, ਅਸੀਂ ਯਤਨ ਕਰਕੇ ਨੇੜੇ ਹੋ ਸਕਦੇ ਹਾਂ। ਮਿਲਾਪ ਆਖਰ ਉਸ ਦਿਨ ਹੁੰਦਾ ਹੈ ਜਦੋਂ ਉਹਦੀ ਰਹਿਮਤ, ਉਹਦੀ ਅਸੀਸ, ਉਹਦੀ ਨਦਰ ਵਰਤਦੀ ਹੈ। ਕਬੀਰ ਸਾਹਿਬ ਰਾਮ ਰਾਮ ਜਪਦੇ ਨੇ, ਅਕਾਲ ਪੁਰਖ ਦਾ ਨਾਮ ਤੇ ਅਕਾਲ ਪੁਰਖ ਦੀ ਰਹਿਮਤ ਵਰਤੀ ਤੇ ਰਾਮ ਕਬੀਰਾ ਏਕ ਭਇਓ ਹੈ ਕੋਇ ਨਾ ਸਕੈ ਪਛਾਨੀ। ਅਭੇਦਤਾ ਮਿਲ ਗਈ। ਭਗਤ ਰਵਿਦਾਸ ਜੀ ਨੂੰ ਕਹਿੰਦੇ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਇਹ ਹੁਣ ਉਹ ਅਵਸਥਾ ਹੈ ਜਿੱਥੇ ਗੱਲ ਨੇੜਤਾ ਦੀ ਨਹੀਂ ਹੈ, ਹੁਣ ਗੱਲ ਅਭੇਦਤਾ ਦੀ ਹੋ ਚੁੱਕੀ ਹੈ। ਇੱਕ ਮਿਕਤਾ, ਲੀਨਤਾ ਹੋ ਚੁੱਕੀ ਹੈ। ਔਰ ਉੱਥੋਂ ਹੁਣ ਵਿਛੜਨ ਦਾ, ਅਲੱਗ ਹੋਣ ਦਾ ਕੋਈ ਆਪਸ਼ਨ, ਕੋਈ ਰਸਤਾ ਨਹੀਂ ਹੈ। ਕਿਉਂਕਿ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਨਦੀਆਂ ਨਾਲੇ ਸਾਗਰ 'ਚ ਪਹੁੰਚ ਜਾਣ ਨਾ, ਸਾਗਰ 'ਚ ਅਭੇਦ ਹੋ ਗਏ। ਕੋਈ ਸਤਲੁਜ ਦਾ ਪਾਣੀ, ਕੋਈ ਰਾਵੀ ਦਾ, ਕੋਈ ਬਿਆਸ ਦਾ ਪਾਣੀ ਸਮੁੰਦਰ 'ਚ ਚਲਾ ਗਿਆ, ਸਮੁੰਦਰ 'ਚ ਲੀਨ ਹੋ ਗਿਆ। ਹੁਣ ਕੋਈ ਕਵੇ ਮੈਂ ਇਹ ਸਮੁੰਦਰ ਦੇ ਵਿੱਚੋਂ ਸਤਲੁਜ ਵਾਲਾ ਪਾਣੀ ਬਾਹਰ ਵੱਖਰਾ ਕਰ ਦੇਵਾਂਗਾ, ਜਿੰਨਾ ਮਰਜ਼ੀ ਜ਼ੋਰ ਲਾਵੇ ਉੱਤੇ ਪਾਣੀ ਦੇ ਵਿੱਚ ਅਭੇਦ ਹੋ ਚੁੱਕਿਆ, ਵੱਖਰਾ ਨਹੀਂ ਕੀਤਾ ਜਾ ਸਕਦਾ। ਰਾਵੀ ਵਾਲਾ ਪਾਣੀ ਜਾਂ ਕੋਈ ਜਮਨਾ ਵਾਲਾ ਪਾਣੀ ਵੱਖਰਾ ਕਰ ਦੇਵਾਂਗਾ, ਉਹ ਜਿਵੇਂ ਉਹ ਵੱਖਰਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਿਹੜੀ ਜਿੰਦ ਉਸ ਪਰਮ ਪਰਮੇਸ਼ਰ ਦੇ ਵਿੱਚ ਲੀਨ ਹੋ ਗਈ, ਅਭੇਦ ਹੋ ਗਈ, ਉਹਨੂੰ ਫਿਰ ਦੁਨੀਆ ਦੀ ਤਾਕਤ ਕੋਈ ਵੱਖ ਨਹੀਂ ਕਰ ਸਕਦੀ। ਉਹ ਅਭੇਦਤਾ ਦਾ ਰਸ ਮਾਣਿਆ ਰਵਿਦਾਸ ਜੀ ਨੇ, ਭਗਤ ਕਬੀਰ ਸਾਹਿਬ ਨੇ, ਤਮਾਮ ਭਗਤਾਂ ਨੇ ਇੱਕ ਮਿਕਤਾ ਵਾਲੀ, ਜੋਤੀ ਜੋਤ ਰਲੀ, ਸੰਪੂਰਨ ਥੀਆ ਵਾਲੀ ਅਵਸਥਾ ਉਹਨਾਂ ਨੇ ਮਾਣੀ। ਫਿਰ ਕੋਈ ਵਿਛੋੜੇ ਵਾਲੀ ਗੱਲ ਹੀ ਨਹੀਂ। ਹੁਣ ਕਬੀਰ ਸਾਹਿਬ ਕਹਿੰਦੇ ਹੇ ਸਖੀ, ਉਹ ਅਵਸਥਾ ਬਣ ਚੁੱਕੀ ਹੈ ਕਿ ਹੁਣ ਸਮਝ ਨਹੀਂ ਆਉਂਦੀ ਹੈ ਜਿੰਦ ਦੇ ਵਿੱਚ ਰੱਬ ਵਸ ਰਿਹਾ ਹੈ ਕਿ ਰੱਬ ਜਿੰਦ ਦੇ ਵਿੱਚ ਵਸ ਰਿਹਾ ਹੈ। ਭਾਵ ਅੰਦਰ ਵੀ ਉਹ ਦਿਸਦਾ ਪਿਆ ਹੈ, ਬਾਹਰ ਵੀ ਉਹ ਦਿਸਦਾ ਪਿਆ ਹੈ, ਹਰ ਜਗ੍ਹਾ 'ਤੇ ਉਹੀ ਉਹ ਦਿਸ ਰਿਹਾ। ਅਸੀਂ ਰੱਬ 'ਚ ਹਾਂ ਕਿ ਰੱਬ ਸਾਡੇ 'ਚ ਹੈ। ਜਿਵੇਂ ਪਾਣੀ ਦਾ ਵੱਡਾ ਕੋਈ ਬਰਤਨ ਭਰਿਆ ਹੋਵੇ, ਜਾਂ ਆਪਾਂ ਇੱਦਾਂ ਕਹਿ ਲਈਏ ਸਮੁੰਦਰ ਹੈ, ਉਹਦੇ 'ਚ ਬਾਲਟੀ ਸੁੱਟੀ, ਹੁਣ ਬਾਲਟੀ ਦੇ ਅੰਦਰ ਵੀ ਪਾਣੀ ਭਰ ਗਿਆ ਹੈ, ਬਾਲਟੀ ਦੇ ਬਾਹਰ ਵੀ ਪਾਣੀ ਹੈ, ਅੰਦਰ ਬਾਹਰ ਪਾਣੀ। ਬਿਲਕੁਲ ਇਸੇ ਤਰ੍ਹਾਂ ਜਿੰਦ ਪਰਮੇਸ਼ਰ 'ਚ ਅਭੇਦ ਹੋ ਗਈ ਹੈ, ਅੰਦਰ ਵੀ ਰੱਬ ਵਸ ਰਿਹਾ ਹੈ, ਬਾਹਰ ਵੀ ਪਰਮਾਤਮਾ ਦਾ ਹੀ ਵਾਸਾ ਹੈ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ। ਹਾਲਾਂਕਿ ਹੈ ਹਰ ਇੱਕ ਦੇ ਅੰਦਰ ਰੱਬ ਵਸਦਾ ਹੈ, ਬਾਹਰ ਵੀ ਜ਼ਰਰੇ ਜ਼ਰਰੇ ਅੰਦਰ ਰੱਬ ਵਸਦਾ ਹੈ, ਪਰ ਗੱਲ ਹੈ ਉਸ ਸੁਰਤ ਦਾ, ਉਸ ਅਵਸਥਾ 'ਤੇ ਪਹੁੰਚ ਜਾਣਾ ਤੇ ਅੰਦਰ ਇੱਕ ਐਨ ਅਹਿਸਾਸ ਦੇ ਪੱਧਰ 'ਤੇ ਉਤਰ ਜਾਣਾ ਕਿ ਮੇਰੇ ਅੰਦਰ ਵੀ ਮਾਲਕ ਤੇ ਬਾਹਰ ਵੀ ਮਾਲਕ, ਹਰ ਜਗ੍ਹਾ 'ਤੇ ਮਾਲਕ ਹੀ ਮਾਲਕ। ਕਬੀਰ ਜੀ ਕਹਿੰਦੇ ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ। ਜਿੰਦ 'ਚ ਰੱਬ ਵਸ ਰਿਹਾ ਹੈ ਕਿ ਰੱਬ 'ਚ ਜਿੰਦ ਵਸ ਰਹੀ ਹੈ। ਜੀਓ ਪੀਓ ਬੂਝੋ ਨਹੀਂ, ਘਟ ਮੈਂ ਜੀਓ ਕਿ ਪੀਓ। ਹੁਣ ਕਹਿੰਦੇ ਨਾ ਜਿੰਦ ਦਾ ਪਤਾ ਲੱਗ ਰਿਹਾ, ਨਾ ਪਰਮੇਸ਼ਰ ਦਾ ਪਤਾ ਲੱਗ ਰਿਹਾ ਹੈ ਕਿ ਘਟ 'ਚ ਅੰਦਰ ਮੇਰੀ ਜਿੰਦ ਵਸ ਰਹੀ ਹੈ ਕਿ ਪਰਮਾਤਮਾ ਨਿਰੰਕਾਰ ਵਸ ਰਿਹਾ ਹੈ। ਭਾਵ ਐਨ ਇੱਕ ਮਿਕਤਾ, ਅਭੇਦਤਾ, ਲੀਨਤਾ ਵਾਲੀ ਬਿਰਤੀ ਬਣ ਗਈ। ਅੱਗੇ 237 ਨੰਬਰ ਸਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਕਿਉਂਕਿ ਕਾਸ਼ੀ 'ਚ, ਬਨਾਰਸ 'ਚ ਭਗਤ ਜੀ ਰਹਿੰਦੇ ਹਨ ਅਤੇ ਅਕਸਰ ਉੱਥੇ ਪੰਡਤ ਲੋਕ, ਪੁਰੋਹਿਤ, ਬ੍ਰਾਹਮਣ ਆਪਣੇ ਆਪਣੇ ਪਿੱਛੇ ਕੁਝ ਪਰਿਵਾਰਾਂ ਨੂੰ ਲਗਾ ਕੇ ਜਨੇਊ ਆਦਿਕ ਅਤੇ ਹੋਰ ਰਸਮਾਂ ਜਿਹੜੇ ਬ੍ਰਾਹਮਣ ਨੇ ਜਿਸ ਪਰਿਵਾਰ ਦੀਆਂ ਕਰਨੀਆਂ, ਅਤੇ ਪਰਿਵਾਰ ਵਾਲੇ ਉਸੇ ਨੂੰ ਆਪਣਾ ਕੁੱਲ ਗੁਰੂ ਮੰਨਦੇ ਸਨ। ਅਤੇ ਫਿਰ ਜਿਵੇਂ ਜਿਵੇਂ ਬ੍ਰਾਹਮਣ ਨੇ ਕਹਿਣਾ ਅਤੇ ਉਸੇ ਤਰ੍ਹਾਂ ਉਹਨਾਂ ਨੇ ਕਰੀ ਜਾਣਾ। ਜੋ ਉਹਨਾਂ ਦੀਆਂ ਮਿੱਥਾਂ, ਮਨੌਤਾਂ, ਵਿਚਾਰਾਂ ਅੱਜ ਵੀ ਚੱਲਦੀਆਂ ਆ ਰਹੀਆਂ ਨੇ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ, ਉਦੋਂ ਪਹਿਲਾਂ ਵੀ
ਗੁਰੂ ਨਾਨਕ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ, ਉਹਨਾਂ ਨੇ ਕੋਈ ਕੰਮ ਕਰਨਾ ਹੁੰਦਾ ਸੀ ਤੇ ਪੰਡਤ ਹਰਦਿਆਲ ਨੂੰ ਸੱਦਦੇ ਸਨ। ਰਾਏ ਭੋਏ ਦਾ ਇਹ ਪੰਡਤ ਜਦੋਂ ਗੁਰੂ ਨਾਨਕ ਮਹਾਰਾਜ ਜੀ ਦਾ ਜਨਮ ਹੋਇਆ ਉਦੋਂ ਵੀ ਉਹਨਾਂ ਨੇ ਸੱਦਿਆ। ਉਦੋਂ ਬਾਅਦ ਜਦੋਂ ਜਨੇਊ ਪਾਉਣ ਦਾ ਸਮਾਂ ਸੀ ਤੇ ਉਦੋਂ ਵੀ ਸੱਦਿਆ। ਹੁਣ ਜਦੋਂ ਜਨਮ ਹੋਇਆ ਉਦੋਂ ਤੇ ਮਹਾਰਾਜ ਜੀ ਦਾ ਜੇ ਜਨਮ ਹੀ ਹੋਇਆ ਸੀ, ਕੀ ਗੱਲ ਕਰਨੀ ਸੀ। ਪਰ ਜਦੋਂ ਜਨੇਊ ਦੀ ਗੱਲ ਆਈ ਉੱਥੇ ਫਿਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਤ ਦੀ ਨਹੀਂ ਮੰਨੀ। ਹਾਲਾਂਕਿ ਸਾਰੇ ਕਹਿੰਦੇ ਰਹੇ ਜੀ ਇਹ ਤੇ ਸਾਡਾ ਕੁਲ ਪੁਰੋਹਿਤ ਹੈ, ਕੁਲ ਗੁਰੂ ਹੈ, ਪਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਕਿਸੇ ਤਰ੍ਹਾਂ ਦੇ ਕਿਸੇ ਪੁਰੋਹਿਤ ਦੇ ਪਿੱਛੇ ਲੱਗ ਕੇ ਚੱਲਣ ਵਾਲੇ ਨਹੀਂ ਸਨ। ਉਹ ਤੇ ਪਰਮੇਸ਼ਰ ਦੇ ਘਰ ਤੋਂ ਗਿਆਨ ਲੈ ਕੇ ਸੰਸਾਰ ਦੇ ਅੰਦਰ ਪ੍ਰਗਟ ਹੋਏ ਸਨ। ਪਰ ਉਹ ਪਰੰਪਰਾਵਾਂ ਰੀਤਾਂ ਉਹ ਸਮਾਜ ਅੰਦਰ ਚੱਲਦੀਆਂ ਸਨ, ਸਨਾਤਨ ਮਤ ਅੰਦਰ। ਹੁਣ ਕਬੀਰ ਸਾਹਿਬ ਕਹਿੰਦੇ ਆਮ ਲੋਕਾਂ ਦਾ ਗੁਰੂ ਤੇ ਬਾਹਮਣ ਹੋ ਸਕਦਾ ਹੈ, ਕੋਈ ਪੰਡਤ ਪੁਰੋਹਿਤ ਪਾਂਧਾ ਹੋ ਸਕਦਾ ਹੈ, ਪਰ ਭਗਤਨ ਕਾ ਗੁਰ ਨਾਹੀਂ। ਜਿਹੜੇ ਰੱਬੀ ਪਿਆਰੇ ਨੇ, ਭਗਤ ਨੇ, ਉਹ ਕਿਸੇ ਬ੍ਰਾਹਮਣ, ਕਿਸੇ ਪੁਰੋਹਿਤ, ਕਿਸੇ ਪਾਂਡੇ ਦੇ ਪਿੱਛੇ ਲੱਗ ਕੇ ਨਹੀਂ ਚੱਲਦੇ ਹਨ। ਉਹਨਾਂ ਦਾ ਸੰਬੰਧ ਤੇ ਸਿੱਧਾ ਪਰਮਾਤਮਾ ਦੇ ਨਾਲ ਤੇ ਪਰਮਾਤਮਾ ਦੀ ਭਗਤੀ ਦੇ ਨਾਲ ਬਣਦਾ ਹੈ। ਉਹਨਾਂ ਨੂੰ ਫਿਰ ਕਿਸੇ ਤਰ੍ਹਾਂ ਦੇ ਕਿਸੇ ਪੁਰੋਹਿਤ ਦੀ ਲੋੜ ਨਹੀਂ, ਕਿਉਂਕਿ ਪੁਰੋਹਿਤ ਦੇ ਪਿੱਛੇ ਉਹ ਜਾਂਦੇ ਹਨ ਜਿਨ੍ਹਾਂ ਨੇ ਕੋਈ ਕਰਮ ਕਾਂਡ ਕਰਨੇ ਹਨ। ਤੇ ਰੱਬੀ ਭਗਤਾਂ ਨੂੰ ਤੇ ਸਮਝ ਪੈ ਜਾਂਦੀ ਹੈ ਕਿ ਅਸਲੀ ਤੱਤ ਹੈ ਪਰਮਾਤਮਾ ਦੀ ਭਗਤੀ, ਤੇ ਬਿਨ ਹਰ ਭਗਤ ਨਾਹੀ ਨਿਸਤਾਰਾ। ਜਿਵੇਂ ਮਹਾਰਾਜ ਕਹਿੰਦੇ ਸਿਮਰਨ ਵੇਦ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਠੀਕ ਹੈ, ਸਿਮਰਤੀਆਂ, ਸ਼ਾਸਤਰ, ਵੇਦ, ਪੁਰਾਣ ਆਪਣੀਆਂ ਆਪਣੀਆਂ ਗੱਲਾਂ ਕਹਿੰਦੇ ਹਨ, ਪਰ ਗੁਰਮਤਿ ਦਾ ਤੱਤ ਇਹ ਹੈ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸਭ ਗੱਲਾਂ ਹੋਛੀਆਂ ਨੇ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ। ਕਿਹੜੇ ਕਰਮ ਪੁੰਨ ਕਰਮ ਨੇ, ਕਿਹੜੇ ਕਰਮ ਪਾਪ ਹਨ, ਆਹ ਕਰੋ, ਆਹ ਨਾ ਕਰੋ, ਆਹ ਪਹਿਨੋ, ਆਹ ਨਾ ਪਹਿਨੋ। ਕਈ ਤਰ੍ਹਾਂ ਦੀਆਂ ਉਹਨਾਂ ਨੇ ਆਪਣੇ ਮਤ ਮੁਤਾਬਕ ਵਿਧੀ ਵਿਧਾਨ ਬਣਾਏ ਨੇ। ਜਨਮ ਸਮੇਂ ਦੀਆਂ ਰੀਤਾਂ, ਵਿਆਹ ਸਮੇਂ ਦੀਆਂ ਰੀਤਾਂ, ਕਈ ਕੁਝ ਕਰਮ ਕਾਂਡ, ਕਿੰਨਾ ਕੁਝ ਹੈ। ਮਹਾਰਾਜ ਕਹਿੰਦੇ ਹੁਣ ਉਹਨਾਂ ਨੇ ਕੁਝ ਕਰਮਾਂ ਨੂੰ ਪੁੰਨ ਕਰਮ, ਕੁਝ ਨੂੰ ਪਾਪ ਮਿਥਿਆ ਹੋਇਆ ਹੈ। ਉਹ ਫਿਰ ਉਹ ਚੀਜ਼ਾਂ ਦਾ ਗਿਆਨ ਤੇ ਸਿਮਰਤੀਆਂ ਸ਼ਾਸਤਰਾਂ 'ਚੋਂ ਠੀਕ ਹੈ ਜਿਹੜੇ ਉਸ ਮਤ ਮਜ਼ਹਬ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਮਿਲਦਾ ਹੈ। ਪਰ ਜੇ ਕਿਸੇ ਨੇ ਤੱਤ ਪਰਮੇਸ਼ਰ ਦਾ ਗਿਆਨ ਪ੍ਰਾਪਤ ਕਰਨਾ ਹੈ ਉਹ ਫਿਰ ਉੱਥੋਂ ਨਹੀਂ ਮਿਲ ਸਕਦਾ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਹੁਣ ਜੀ ਤੱਤ ਦੀ ਵਿਚਾਰ ਕਿੱਥੋਂ ਮਿਲ ਸਕਦੀ ਹੈ? ਤੇ ਮਹਾਰਾਜ ਕਹਿੰਦੇ ਤੱਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ। ਜਿੰਨੀ ਦੇਰ ਤੱਕ ਬੰਦਾ ਪੂਰੇ ਗੁਰੂ ਦਾ ਧਾਰਨੀ ਨਹੀਂ ਬਣਦਾ ਹੈ ਉਨੀ ਦੇਰ ਤੱਕ ਉਹਨੂੰ ਤੱਤ ਦੀ ਵਿਚਾਰ ਦੀ ਸਮਝ ਨਹੀਂ ਪੈਂਦੀ ਹੈ। ਗੁਰੂ ਹੀ ਗਿਆਨ ਤੇ ਪਰਮੇਸ਼ਰ ਦੇ ਘਰ ਦੀ ਵਿਚਾਰ ਸਮਝਾਉਂਦੇ ਹਨ। ਸੋ ਭਗਤਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਤੇ ਉਹ ਫਿਰ ਕਿਸੇ ਕਰਮ ਕਾਂਡ ਸਿਖਾਉਣ ਵਾਲੇ ਦੇ ਪਿੱਛੇ ਨਹੀਂ ਲੱਗਦੇ ਹਨ, ਉਹ ਪਰਮੇਸ਼ਰ ਦੀ ਭਗਤੀ ਦੇ ਰਸਤੇ ਤੇ ਚੱਲਦੇ ਨੇ। ਕਬੀਰ ਜੀ ਕਹਿੰਦੇ ਹੁਣ ਪਰਮਾਤਮਾ ਦੇ ਭਗਤਾਂ ਨੂੰ ਇੱਕ ਬ੍ਰਾਹਮਣ ਪੁਰੋਹਿਤ ਪਾਂਡੇ ਨੇ ਰਸਤਾ ਕੀ ਵਿਖਾਉਣਾ ਹੈ ਜਿਹਨੂੰ ਆਪ ਉਸ ਰਸਤੇ ਦੀ ਸਮਝ ਨਹੀਂ ਹੈ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਅਰਜ ਉਰਜ ਕੈ ਪਚ ਮੂਆ, ਚਾਰੋਂ ਬੇਦੋਂ ਮਾਹੇ। ਉਹ ਕਹਿੰਦੇ ਉਹ ਤੇ ਆਪ ਹੀ ਚਾਰਾਂ ਵੇਦਾਂ ਦੇ ਵਿੱਚ ਉਲਝ ਕੇ ਖੱਪ ਖੱਪ ਕੇ ਆਤਮਕ ਮੌਤੇ ਮਰ ਜਾਂਦਾ ਹੈ, ਕਰਮ ਕਾਂਡਾਂ ਦੇ ਵਿੱਚ ਹੀ ਉਲਝਿਆ ਰਹਿ ਜਾਂਦਾ। ਉਹਨੂੰ ਤੇ ਆਪ ਪਰਮੇਸ਼ਰ ਦੇ ਘਰ ਦੇ ਰਸਤੇ ਦਾ ਪਤਾ ਨਹੀਂ ਹੈ, ਤੇ ਜਿਹਨੂੰ ਆਪ ਰੱਬ ਦੇ ਘਰ ਦਾ ਰਾਹ ਨਹੀਂ ਪਤਾ ਉਹ ਕਿਸੇ ਦੂਜੇ ਨੂੰ ਰਾਹ ਕਿੱਥੋਂ ਦੱਸੇਗਾ? ਜਿਹੜਾ ਆਪ ਡੁੱਬ ਰਿਹਾ ਕਿਸੇ ਦੂਜੇ ਨੂੰ ਪਾਰ ਕਿਵੇਂ ਲੰਘਾਏਗਾ? ਅਗਲੇ ਸ਼ਲੋਕ 'ਚ ਕਬੀਰ ਜੀ ਫਰਮਾਨ ਕਰਦੇ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿੰਦੇ ਪਰਮਾਤਮਾ ਮਾਨੋ ਪਰਮਾਤਮਾ ਜਾਂ ਪਰਮਾਤਮਾ ਦਾ ਨਾਮ ਖੰਡ ਦੀ ਤਰ੍ਹਾਂ ਹੈ, ਮਿੱਠੇ ਦੀ ਤਰ੍ਹਾਂ, ਖੰਡ ਦੀ ਤਰ੍ਹਾਂ। ਤੇ ਸੰਸਾਰ ਰੂਪੀ ਰੇਤ ਦੇ ਵਿੱਚ ਉਹ ਪਰਮਾਤਮਾ ਦਾ ਨਾਮ ਰੂਪੀ ਜਿਹੜੀ ਖੰਡ ਹੈ ਉਹ ਬਿਖਰੀ ਹੋਈ ਹੈ। ਤੇ ਹੁਣ ਜਿਵੇਂ ਰੇਤ ਦੇ ਵਿੱਚ ਖੰਡ ਦੇ ਦਾਣੇ ਖਿਲਾਰ ਦਿੱਤੇ ਜਾਣ, ਹਾਥੀ ਜੇ ਉਹ
खंड नूं रेत दे विचों वखरा करन लग जाए तो हाथी ठीक है शरीर करके वो बड़ा वड्डा है, तकड़ा है, ताकत है उहदे कोल, पर रेत चों खंड चुगण वाला काम हाथी नहीं कर सकता है। वो कौन कर सकता है? कह कबीर गुर भली बुझाई कीटी होए कह खाए। कबीर साहब कहते गुरु समझाते हैं कि वो रेत चो खंड हाथी नहीं चुन सकता है, कीड़ी जरूर चुन सकती है। कहने का भाव कि परमात्मा का नाम इस संसार के अंदर हर जगह ते है। जे ते असी हंकार करके हाथी बिरती धारण करके रखांगे तो फिर रब के नाम की दात नहीं जे मिल सकती जे हंकार होवेगा, क्योंकि हौमै नावै नाल विरोध है, दोए न वसै इक ठाई। जेड़े हिरदे च हंकार है, हौमै दीर्घ रोग बैठा है, वो फिर गुरु परमेश्वर दे नाम दे नाल हंकारी बंदा नहीं जुड़ सकता, क्योंकि हंकार दी एक दीवार है, हंकार दा एक पर्दा, हंकार मनुख नूं अन्या कर दिंदा है। किवें जुड़िया जा सकता है? जिवें कबीर साहब कहंदे रेत च बिखरी हुई खंड चुगण दे लई कीड़ी बनना कीड़ी चुन सकती है। इसे तरह संसार च व्यापक परमात्मा दे नाम दे नाल जुड़न दे लई कीड़ी वाली बिरती भाव अत्यंत निमरता वाली बिरती धारण करनी पवेगी। जे बिरती कीड़ी वाली निमरता वाली होवेगी ते नाम दी दात झोली च पवा सकते हाँ, ते जे हंकार दे नाल आकड़े रवांगे तो फिर कुछ नहीं मिल सकता। गुरु अर्जन देव जी यही समझाते ने, सुखी बसै मस्कीनिया आप निवार तले, बड़े बड़े अहंकारिया नानक गर्भ गले। भावें किसी नूं धन का हंकार है, किसी नूं अपने अहुदे का हंकार है, वडियाई का किसी भी तरह का हंकार होवे, क्योंकि हंकार दे अनेकां रूप ने। ये हौमे ने किसी नूं किसी तरीके दे नाल गरसिया है, किसी नूं किसी तरीके दे नाल करीबन महाराज कहते हर एक दे अंदर हौमे का प्रभाव है। हौमै रोग मानुख को दीना। ये शरीर माया का पुतला, शरीर है माया का पुतला, ते शरीर दे अंदर दुष्ट हौमे का वासा है। ये शरीर माया का पुतला विच हौमै दुष्टि पाई, दुष्ट हौमे का इहदे अंदर वासा है। पर जदों आपां गुरु का ज्ञान, गुरु का शब्द उपदेश हिरदे च वसा के निमरता वाला जीवन गुरु कोलों सिख के जीवन जिउंदे हाँ, ते गुरु की कृपा सदका, निमरता गरीबी ते हलीमी सदका, जिथे जगत अंदर संसार अंदर मान ते सन्मान मिलता है। आपस को जो जाने नीचा, सौ गणियाँ सब ते ऊंचा, मिठत नीवी नानका गुण चंगियाइयां तत। उथे जेड़े हिरदे च निमरता है, उस हिरदे च वाहिगुरु दे अकाल पुरख परमात्मा दे नाम का वासा भी हुंदा है, ते परमात्मा की अभेदता लीनता भी उन्होंने मिलती है जिन्हां दे अंदर निमरता है, गरीबी है। इसे करके हजूर ने भी कहा, हम गरीब मस्कीन प्रभ तेरे, हर राख राख वड वड्डा है। ये मेरे दाता तुसी वड्डियां तो भी वड्डे हो, ते असी छोटियां तो भी छोटे हाँ, बहुत नीवें हाँ। हम गरीब मस्कीन प्रभ तेरे, हर राख राख वड वड्डा है। जन नानक नाम आधार टेक है, हर नामे ही सुख मंडा है। सतगुरु मेहर करन ये पावन पवित्र गुरबाणी के उपदेश साडे सबना दे हिरदे च वसन, गुरमत जीवन जुगत दे तारनी बणीए। ये लोक सुखीए परलोक सुहेले, नानक हर प्रभ आपे मेले। इन्नियां बेनतियां प्रवान करनियां जी, विचारां करदियां होइयां पुलां ना चितारनियां। फतेह दी सांझ पाओ। वाहिगुरु जी का खालसा, वाहिगुरु जी की फतेह।